ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ। ਐਸਜੀਪੀਸੀ ਦਾ ਜਨਰਲ ਇਜਲਾਸ ਸ਼ੁਰੂ ਹੋ ਚੁੱਕਿਆ ਹੈ। ਬੀਬੀ ਜਗੀਰ ਕੌਰ ਵਰਸਸ ਹਰਜਿੰਦਰ ਧਾਮੀ। ਅੱਜ ਅਸੀਂ ਗੱਲ ਕਰਾਂਗੇ ਇਸੇ ਸਿਲਸਿਲੇ 'ਚ। ਸਵਾਗਤ ਕਰਦੇ ਹਾਂ ਸਾਡੇ ਗੈਸਟ ਅਮਨਦੀਪ ਸਿੰਘ ਪਾਪੀ ਜੀ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮੈਂ ਠੀਕ ਹਾਂ ਸਰ, ਤੁਸੀਂ ਕਿਵੇਂ ਹੋ? ਬਹੁਤ ਵਧੀਆ ਸਰ। ਬੀਬੀ ਜਗੀਰ ਕੌਰ ਨੂੰ ਟੋਟਲ 42 ਵੋਟਾਂ ਪਈਆਂ ਤੇ ਹਰਜਿੰਦਰ ਸਿੰਘ ਜੀ ਨਵੇਂ ਪ੍ਰਧਾਨ ਚੁਣੇ ਗਏ। ਦੇਖੋ ਜੀ, ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ ਜਿਵੇਂ ਤੁਸੀਂ ਦੱਸਿਆ, ਤੇ 42 ਵੋਟਾਂ ਪਈਆਂ ਬੀਬੀ ਜਗੀਰ ਕੌਰ ਨੂੰ। ਟੋਟਲ 146 ਵੋਟਾਂ ਪਈਆਂ ਜੀ। 146 ਵੋਟਾਂ ਦੇ ਵਿੱਚੋਂ 42 ਪਲੱਸ 104 ਵੋਟਾਂ ਤੇ ਹਰਜਿੰਦਰ ਸਿੰਘ ਧਾਮੀ ਤਾਂ ਜਿੱਤ ਗਏ ਆ, ਪਰ ਸੁਖਬੀਰ ਸਿੰਘ ਬਾਦਲ ਲਈ ਖਤਰਾ ਉਵੇਂ ਹੀ ਹੈ। ਜੇ ਅਸੀਂ ਗੱਲ ਕਰੀਏ ਕਿ ਸੁਖਬੀਰ ਸਿੰਘ ਬਾਦਲ ਦੀ ਇਹਦੇ ਵਿੱਚ ਜਿੱਤ ਹੋਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ ਜਿੱਤ ਹੋਈ ਹੈ, ਤਾਂ ਉਹ ਨਹੀਂ ਹੋਈ, ਕਿਉਂਕਿ 42 ਵੋਟਾਂ ਕਿਸੇ ਵੀ ਮੈਂਬਰ ਨੂੰ ਜਾਣੀਆਂ ਜਿਹੜਾ ਵਿਰੋਧੀ ਧਿਰ ਦੇ ਵਿੱਚ ਖੜਾ ਹੋਇਆ, ਤੇ ਇਸ ਤੋਂ ਪਹਿਲਾਂ ਹੋਇਆ ਨਹੀਂ। ਲਗਾਤਾਰ ਹੁੰਦਾ ਇਹ ਆਇਆ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਫਾਈਨਲ ਕਰਤਾ, ਜੋ ਪ੍ਰਧਾਨ ਸਾਹਿਬ ਨੇ ਫਾਈਨਲ ਕਰਤਾ, ਉਹਦੇ ਤੇ ਸਭ ਦੀ ਸਰਬਸੰਮਤੀ ਹੋ ਜਾਂਦੀ ਸੀ ਕਿ ਜੀ ਇਹਨਾਂ ਨੂੰ ਅਸੀਂ ਹੁਣ ਪ੍ਰਧਾਨ ਬਣਾ ਦੇਣਾ, ਇਹਨਾਂ ਨੂੰ ਨਵੇਂ ਪ੍ਰਧਾਨ ਨਿਯੁਕਤ ਕਰ ਦੇਣਾ। ਜੋ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕਰਦੇ ਸੀ ਉਹ ਐਸਜੀਪੀਸੀ ਦਾ ਪ੍ਰਧਾਨ ਹੁੰਦਾ ਸੀ, ਪਰ ਇਸ ਵਾਰੀ ਇਹ ਨਹੀਂ ਹੋਇਆ। ਇਸ ਵਾਰੀ ਪਰਸੈਂਟੇਜ ਚਾਹੇ ਘੱਟ ਹੈ, ਚਾਹੇ ਉਹ 42 ਨੇ, ਪਰ 42 ਲੋਕਾਂ ਨੇ, 42 ਐਸਜੀਪੀਸੀ ਮੈਂਬਰਾਂ ਨੇ ਇਹ ਦੱਸਿਆ ਹੈ ਕਿ ਜੀ ਅਸੀਂ ਬੀਬੀ ਜਗੀਰ ਕੌਰ ਵੱਲ ਜਾਂਦੇ ਹਾਂ। ਜੀ, ਡਾਇਵਰਟ ਹੋਈ ਹੈ ਪਰਸੈਂਟੇਜ, ਡਾਇਵਰਟ ਹੋਈ ਹੈ। ਤੇ ਇਹਦੇ ਵਿੱਚ ਹੁਣ ਅੱਗੇ ਦੀ ਗੱਲ ਹੋਊਗੀ, ਵਿਸ਼ਾ ਅੱਗੇ ਦਾ ਹੈ ਕਿ ਅੱਗੇ ਹੁਣ ਐਸਜੀਪੀਸੀ ਦਾ ਤਾਂ ਚਲੋ ਪ੍ਰਧਾਨ ਤੁਸੀਂ ਨਿਯੁਕਤ ਕਰਤੇ ਆ, ਪ੍ਰਧਾਨ ਐਸਜੀਪੀਸੀ ਦਾ ਚੁਣੇ ਗਏ ਆ, ਪਰ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਹੋਊਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਇਹੋ ਜਿਹੇ ਲੀਡਰ ਆ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਵਿਰੋਧ ਕੀਤਾ ਹੈ। ਜੋ ਬਾਦਲ ਸਾਹਿਬ ਦਾ ਵਿਰੋਧ ਹੋਇਆ ਉਹਦੇ ਨਤੀਜੇ ਨਿਕਲਣਗੇ ਅੱਗੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਕੀ ਕੁਝ ਬਣਦਾ। ਪਰ ਫਿਲਹਾਲ ਐਸਜੀਪੀਸੀ ਦੇ ਪ੍ਰਧਾਨ ਧਾਮੀ, ਜੋ ਪਿਛਲੀ ਵਾਰ ਪ੍ਰਧਾਨ ਚੁਣੇ ਗਏ ਸੀ, ਉਹਨਾਂ ਨੂੰ ਇਸ ਵਾਰੀ ਦੁਬਾਰਾ ਦੂਜੀ ਵਾਰ ਪ੍ਰਧਾਨ ਚੁਣੇ ਗਏ ਆ। ਤੇ ਐਸਜੀਪੀਸੀ ਦੇ ਜੋ 4 ਵਾਰੀ ਪ੍ਰਧਾਨ ਰਹਿ ਚੁੱਕੇ ਆ ਬੀਬੀ ਜਗੀਰ ਕੌਰ, ਉਹ ਇਸ ਵਾਰੀ ਪ੍ਰਧਾਨਗੀ ਦੀ ਚੋਣ 'ਚ ਪਿੱਛੇ ਰਹੇ ਆ। ਹੁਣ ਦੇਖਣਾ ਇਹ ਹੈ ਕਿ ਜਦੋਂ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਧਾਮੀ ਇਹ ਖਿਲਾਫਤ ਕਰਨਗੇ ਤਾਂ ਕੀ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਪਾਰਟੀ ਤੋਂ ਬਾਹਰ ਕੀਤਾ ਜਾਊਗਾ ਜਿਵੇਂ ਬੀਬੀ ਜਗੀਰ ਕੌਰ ਨੂੰ ਬਾਹਰ ਕੀਤਾ ਗਿਆ? ਕਿਉਂਕਿ ਬੀਬੀ ਜਗੀਰ ਕੌਰ ਦਾ ਕੱਦ ਇੰਨਾ ਛੋਟਾ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਵੇ। 4 ਵਾਰ ਐਸਜੀਪੀਸੀ ਦੇ ਪ੍ਰਧਾਨ ਰਹੇ ਆ, ਕੈਬਨਿਟ ਮੰਤਰੀ ਰਹੇ ਆ, ਤੇ ਕਈ ਵਾਰ ਵਿਧਾਇਕ ਰਹੇ ਆ ਸ਼੍ਰੋਮਣੀ ਅਕਾਲੀ ਦਲ ਤੋਂ। ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਵਾਰ ਉਹਨਾਂ ਨੇ ਜਿੱਤ ਦਵਾਈ ਹੈ। ਭੁਲੱਥ ਦੇ ਹਲਕੇ ਤੋਂ ਖੜੇ ਹੁੰਦੇ ਸੀ ਤੇ ਭੁਲੱਥ ਤੋਂ ਕਈ ਵਾਰ ਜਿੱਤ ਕੇ ਐਮਐਲਏ ਬਣੇ ਆ। ਉਸ ਤੋਂ ਇਲਾਵਾ ਉਹਨਾਂ ਨੇ ਕਈ ਅਹੁਦੇਦਾਰੀਆਂ ਤੇ ਕੰਮ ਕੀਤਾ, ਬਖੂਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ। ਤੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਕੰਮ ਕਰਨ ਦੇ ਬਾਅਦ, ਇੰਨੇ ਰਸੂਖਦਾਰ ਹੋਣ ਦੇ ਬਾਅਦ ਵੀ ਤੁਸੀਂ ਜੇ ਇੱਕ ਖਿਲਾਫਤ ਕਰੋਗੇ, ਇੱਕ ਚੀਜ਼ ਤੇ ਵਿਰੋਧ ਕਰੋਗੇ, ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ। ਇਹ ਮੈਸੇਜ ਸਭ ਨੂੰ ਚਲਾ ਗਿਆ ਜੀ। ਇਹਦੇ ਵਿੱਚ ਕੋਈ ਦੁਰਾਏ ਨਹੀਂ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਪਾਰਟੀ ਮੈਂਬਰ ਤੇ ਕੋਈ ਵੀ ਡਿਸਿਪਲਿਨ ਦੀ ਜਿਹੜੀ ਉਹ ਗੱਲ ਕਰਦੇ ਆ, ਜਿਵੇਂ ਉਹਨਾਂ ਨੇ ਇਹਦੇ ਵਿੱਚ ਵੀ ਡਿਸਿਪਲਿਨ ਦੀ ਹੀ ਗੱਲ ਕੀਤੀ ਕਿ ਬੀਬੀ ਜਗੀਰ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ। ਜੇ ਇਸੇ ਤਰੀਕੇ ਨਾਲ ਉਹ ਕਿਸੇ ਵੀ ਪਾਰਟੀ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾ ਸਕਦੇ ਆ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ। ਤੇ ਉਹ ਪੈਦਾ ਹੋ ਵੀ ਰਿਹਾ, ਕਿਉਂਕਿ ਜੇ ਉਹਨਾਂ ਦੇ ਇੰਨੇ ਕਰੀਬੀ, ਜਿਨ੍ਹਾਂ ਨੂੰ ਇੰਨਾ ਕਰੀਬੀ ਮੰਨਿਆ ਜਾਂਦਾ ਸੀ ਤੇ ਜਿਨ੍ਹਾਂ ਨੂੰ ਇੰਨੇ ਵਿਸ਼ਵਾਸ ਪਾਤਰ ਮੰਨਿਆ ਜਾਂਦਾ ਸੀ, ਉਹ ਲੋਕਾਂ ਨੂੰ ਹੁਣ ਮੁਅੱਤਲ ਕੀਤਾ ਗਿਆ। ਉਹ ਲੀਡਰਸ ਬਾਹਰ ਜਾ ਰਹੇ ਆ ਤੇ ਸੁਣਨ 'ਚ ਇਹ ਵੀ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਵੀ ਲੀਡਰਸ਼ਿਪ ਹੈਗੀ ਹੈ ਜਿਹੜੀ ਉਹ ਵੀ ਬਾਗੀ ਹੋ ਰਹੀ ਹੈ। ਤੇ ਦੇਖਣਾ ਇਹ ਹੈ ਕਿ ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਬਣਦਾ। ਬਿਲਕੁਲ। ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਹੈ ਦੱਸ ਦਿਓ ਸਰ। ਖਬਰਾਂ ਵਿੱਚੋਂ ਖਬਰ ਸੁਣੀ। ਖਬਰ ਦੇ ਵਿੱਚ ਨੇ ਚੋਣਾਂ ਐਸਜੀਪੀਸੀ ਦੀਆਂ ਵਿੱਚ ਇਸ ਵਾਰੀ ਕੀ ਹੋਣਾ? ਪੰਥਕ ਰਾਜਨੀਤੀ ਦਾ ਹੋਣਾ ਹੁੰਦਾ ਕਿੰਨਾ ਜ਼ਰੂਰੀ? ਕੌਣ ਪੰਥ ਦੇ ਰਾਹ ਚੱਲਦਾ ਹੈ, ਚੱਲਦਾ ਕਿੰਨੀ ਦੂਰੀ? ਬਿਲਕੁਲ ਠੀਕ ਗੱਲ ਹੈ ਜੀ। ਐਸਜੀਪੀਸੀ ਦੀਆਂ ਚੋਣਾਂ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਬਹੁਤ ਮਾਣ ਹੋਣਾ ਚਾਹੀਦਾ ਕਿ ਸਿਰਫ ਸਿੱਖ ਪੰਥ ਇਹੋ ਜਿਹਾ ਹੈ ਜਿੱਥੇ ਧਾਰਮਿਕ ਲੀਡਰਾਂ ਨੂੰ ਵੀ ਚੁਣੇ ਜਾਣ ਵਾਸਤੇ ਚੋਣਾਂ ਹੁੰਦੀਆਂ ਜੀ, ਤੇ ਉਹਨੂੰ ਉੱਥੇ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਹੈ। ਤੇ ਐਸਜੀਪੀਸੀ ਦੀਆਂ ਚੋਣਾਂ ਤਾਂ ਖੈਰ ਐਸਜੀਪੀਸੀ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਨੇ ਜੀ, ਪਰ ਜਿਹੜੀ ਕਾਰਜਕਾਰੀ ਕਮੇਟੀ ਹੈ ਉਹਦੀਆਂ ਚੋਣਾਂ, ਉਹਨੂੰ ਚੁਣਨ ਵਾਸਤੇ ਕੌਣ ਪ੍ਰਧਾਨ ਹੋਊਗਾ, ਕੌਣ ਜਨਰਲ ਸੈਕਟਰੀ ਹੋਊਗਾ, ਕੌਣ ਹੋਰ ਅਹੁਦਿਆਂ ਤੇ ਹੋਊਗਾ, ਉਹਦੇ ਵਾਸਤੇ ਅੱਜ ਇਜਲਾਸ ਸੱਦਿਆ ਗਿਆ
ਤੇ ਇਸ ਵਾਰੀ ਇਹ ਇਜਲਾਸ ਖਾਸ ਕਿਉਂ ਹੈ, ਇਹਦੀ ਜੇ ਗੱਲ ਕਰੀਏ ਤਾਂ ਇਹ ਖਾਸ ਇਸ ਕਰਕੇ ਹੈ ਕਿਉਂਕਿ ਪਹਿਲਾਂ ਹੁੰਦੀ ਸੀ ਸਰਵਸੰਮਤੀ ਜੀ, ਸਾਰੇ ਲੋਕ, ਸਾਰੇ ਐਸਜੀਪੀਸੀ ਮੈਂਬਰ ਇੱਕ ਨੂੰ ਸਹਿਮਤੀ ਦੇ ਕੇ ਪ੍ਰਧਾਨ ਦੀ ਕੁਰਸੀ ਤੇ ਬਿਠਾ ਦਿੰਦੇ ਸੀ ਜੀ, ਤੇ ਜਿਹੜੇ ਹੋਰ ਵੀ ਅਹੁਦੇ ਹੁੰਦੇ ਸੀ ਉਹਨਾਂ ਤੇ ਵੀ ਸਹਿਮਤੀ ਬਣਾਈ ਜਾਂਦੀ ਸੀ। ਪਰ ਇਸ ਵਾਰੀ ਹੋਇਆ ਅਲੱਗ ਹੈ। ਇਸ ਵਾਰੀ ਬੀਬੀ ਜਗੀਰ ਕੌਰ ਨੇ ਚੈਲੰਜ ਕੀਤਾ। ਉਹਨਾਂ ਨੇ ਪਹਿਲਾਂ ਬਿਆਨ ਆਇਆ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਦਲ ਦੇ ਲਿਫਾਫੇ ਚੋਂ ਨਹੀਂ ਨਿਕਲਣਾ ਚਾਹੀਦਾ। ਉਹ ਕਹਿੰਦੇ ਕਿ ਬਾਦਲਾਂ ਦੇ ਲਿਫਾਫੇ ਚੋਂ ਨਾ ਨਿਕਲੇ, ਚੁਣਿਆ ਜਾਵੇ। ਇਹ ਲਿਫਾਫਾ ਕਲਚਰ ਕੀ ਹੈ ਸਰ? ਲਿਫਾਫਾ ਕਲਚਰ ਦੇਖੋ ਜੀ, ਲਿਫਾਫਾ ਕਲਚਰ ਇਹੀ ਸਭ ਤੋਂ ਪਹਿਲੀ ਡੈਫੀਨੇਸ਼ਨ ਜੇ ਕਹੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸੁਖਬੀਰ ਸਿੰਘ ਬਾਦਲ, ਜੋ ਉਹ ਚਾਹੁੰਦੇ ਆ ਉਹੀ ਹੁੰਦਾ ਹੈ। ਜਿਹਨੂੰ ਉਹ ਅਹੁਦਾ ਦੇਣਾ ਚਾਹੁੰਦੇ ਆ ਉਸੇ ਨੂੰ ਅਹੁਦਾ ਮਿਲਦਾ। ਤਾਂ ਗੱਲਾਂ ਪੰਜਾਬ ਦੇ ਵਿੱਚ ਇਹ ਹੋਣ ਲੱਗ ਪਈਆਂ ਸੀ ਕਿ ਐਸਜੀਪੀਸੀ ਦਾ ਪ੍ਰਧਾਨ ਸੁਖਬੀਰ ਬਾਦਲ ਦੇ ਲਿਫਾਫੇ ਚੋਂ ਨਿਕਲਦਾ ਜੀ, ਬਾਦਲਾਂ ਦੇ ਲਿਫਾਫੇ ਚੋਂ ਨਿਕਲਦਾ, ਵੀ ਜਿਹਨੂੰ ਉਹ ਕਹਿ ਦਿੰਦੇ ਆ ਵੀ ਇਸ ਵਾਰੀ ਪਰਚੀ ਇਸ ਬੰਦੇ ਦੀ ਨਿਕਲੀ ਆ ਉਹ ਪ੍ਰਧਾਨ ਹੈ, ਤੇ ਬਾਕੀਆਂ ਨੂੰ ਮੰਨਣਾ ਪਊਗਾ। ਕੋਈ ਕਿੰਤੂ ਪਰੰਤੂ ਨਹੀਂ ਹੋਣਾ, ਸਾਰਿਆਂ ਨੂੰ ਮੰਨਣਾ ਪਊਗਾ ਕਿ ਜੀ ਇਹੀ ਪ੍ਰਧਾਨ ਹੈ ਜੀ। ਇਹ ਕੁਝ ਹੁੰਦਾ ਸੀਗਾ ਤੇ ਇਹ ਚੀਜ਼ਾਂ ਨੂੰ ਲੋਕਾਂ ਨੇ ਬਾਚਿਆ। ਜਿਹੜੇ ਲੋਕ ਅਕਾਲੀ ਦਲ ਦੇ ਵਿੱਚ ਰਹੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਹੇ ਆ ਜੀ, ਤਾਂ ਉਹਨਾਂ ਦੀ ਆਬਜ਼ਰਵੇਸ਼ਨ ਰਹੀ ਆ, ਤਾਂ ਹੀ ਇਹ ਗੱਲਾਂ ਹੋਈਆਂ। ਤੇ ਉਸੇ ਆਬਜ਼ਰਵੇਸ਼ਨ ਚੋਂ ਬੀਬੀ ਜਗੀਰ ਕੌਰ ਬੋਲੇ ਆ। ਬੀਬੀ ਜਗੀਰ ਕੌਰ ਨੇ ਜਦੋਂ ਕਿਹਾ ਕਿ ਜੀ ਇਹ ਲਿਫਾਫੇ ਚੋਂ ਪ੍ਰਧਾਨ ਕੱਢਣੇ ਬੰਦ ਕਰੋ ਤਾਂ ਵਿਰੋਧ ਹੋਇਆ ਜੀ। ਅਕਾਲੀ ਦਲ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ ਬੀਬੀ ਜਗੀਰ ਕੌਰ ਦਾ, ਤੇ ਕੁਝ ਲੋਕਾਂ ਨੇ ਸਮਰਥਨ ਦਿੱਤਾ ਜਿਹੜੇ ਤੰਗ ਸੀ। ਇਹ ਵੀ ਕਿਹਾ ਗਿਆ ਕਿ ਉਹ ਵੀ ਇਸੇ ਪ੍ਰੋਸੈਸ ਤੋਂ ਸ਼ਾਰਟਲਿਸਟ ਹੋਏ ਸੀਗੇ। ਹਾਂ, ਫਿਰ ਉਹਨਾਂ ਨੇ ਮੰਨਿਆ ਵੀ। ਬੀਬੀ ਜਗੀਰ ਕੌਰ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਜੀ ਇਸੇ ਪ੍ਰੋਸੈਸ ਦੇ ਵਿੱਚ ਤਾਂ ਤੁਸੀਂ ਚੁਣੇ ਜਾਂਦੇ ਸੀ, ਉਹਨਾਂ ਨੇ ਮੰਨਿਆ। ਉਹ ਕਹਿੰਦੇ ਕਿ ਜੀ ਮੈਂ ਚੁਣੀ ਜਾਂਦੀ ਸੀ ਪਰ ਹੁਣ ਨਹੀਂ, ਹੁਣ ਇਹ ਨਹੀਂ ਹੋਣਾ ਚਾਹੀਦਾ। ਹੁਣ ਜਿਹੜਾ ਵੀ ਸਿੱਖ ਲੀਡਰ ਹੋਣਾ ਚਾਹੀਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੀਡਰ ਹੋਣੇ ਚਾਹੀਦੇ ਆ, ਪ੍ਰਧਾਨ ਹੋਣੇ ਚਾਹੀਦੇ ਆ, ਉਹ ਚੋਣ ਹੋਣੀ ਚਾਹੀਦੀ ਹੈ ਲੋਕਾਂ ਦੀ, ਸਿੱਖਾਂ ਦੀ ਚੋਣ ਹੋਣੀ ਚਾਹੀਦੀ ਹੈ ਤੇ ਮੈਂਬਰਾਂ ਨੂੰ ਇੰਡੀਪੈਂਡੈਂਟ ਹੋ ਕੇ ਵੋਟਾਂ ਕਰਨੀਆਂ ਚਾਹੀਦੀਆਂ। ਤੇ ਉਹਦੇ ਲਈ ਉਹਨਾਂ ਨੇ ਜਦੋਂ ਆਵਾਜ਼ ਚੱਕੀ ਜੀ ਤੇ ਉਹਦੇ ਨਾਲ ਡਾਇਲੋਗ ਕਰਨ ਦੀ ਬਜਾਏ ਸਿੱਧੇ ਉਥੋਂ ਆਦੇਸ਼ ਆਉਂਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਬਰਖਾਸਤ ਕਰਤਾ, ਉਹਨਾਂ ਨੂੰ ਮੁਅੱਤਲ ਕਰਤਾ ਕਿ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਚੋਂ, ਤੁਹਾਨੂੰ ਅਸੀਂ ਬਾਹਰ ਕਰਦੇ ਆ, ਸਸਪੈਂਡ ਕਰਦੇ ਆ ਤੇ ਕਾਰਨ ਦੱਸੋ, ਨੋਟਿਸ ਭੇਜਦੇ ਆ ਤੁਹਾਨੂੰ, ਤੇ ਉਹ ਨੋਟਿਸ ਦਾ ਜਵਾਬ ਦਿਓ ਤੇ ਜਿਹੜੀਆਂ ਵੀ ਐਕਟੀਵਿਟੀਜ਼ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਬੰਦ ਕਰੋ ਤੇ ਸਰਦਾਰ ਧਾਮੀ ਦਾ ਆ ਕੇ ਸਾਥ ਦਿਓ ਜੀ। ਤੇ ਜੇ ਤੁਸੀਂ ਧਾਮੀ ਦਾ ਸਾਥ ਦਿੰਦੇ ਹੋ ਤਾਂ ਅਕਾਲੀ ਦਲ ਦੇ ਵਿੱਚ ਤੁਹਾਨੂੰ ਫੇਰ ਵਾਪਸ ਲੈ ਲਿਆ ਜਾਊਗਾ। ਬੀਤੇ ਦਿਨੇ ਵੀ ਚੋਣਾਂ ਤੋਂ ਇੱਕ ਰਾਤ ਪਹਿਲਾਂ ਵੀ ਸੁਖਬੀਰ ਬਾਦਲ ਨੇ ਇਹੀ ਕਿਹਾ ਕਿ ਐਡਵੋਕੇਟ ਧਾਮੀ ਹੀ ਦੁਬਾਰਾ ਪ੍ਰਧਾਨ ਬਣਨਗੇ ਤੇ ਉਹਨਾਂ ਵੱਲ ਵੋਟਾਂ ਵੱਧ ਹੈ, 100 ਤੋਂ ਵੱਧ ਮੈਂਬਰਾਂ ਦੇ ਨਾਲ ਹੋਣ ਦਾ ਉਹਨਾਂ ਨੇ ਦਾਅਵਾ ਕੀਤਾ। ਤੇ ਬੀਬੀ ਜਗੀਰ ਕੌਰ ਨੂੰ ਵੀ ਸਮਰਥਨ ਕਰਨਾ ਚਾਹੀਦਾ। ਹਾਂ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆ ਜਾਓ ਤੇ ਆਪਾਂ ਮਿਲ ਕੇ ਧਾਮੀ ਸਾਹਿਬ ਨੂੰ ਪ੍ਰਧਾਨ ਬਣਾ ਦਿੰਨੇ ਆ ਤੇ ਫਿਰ ਆਪਣਾ ਜਿਹੜਾ ਮਾਮਲਾ ਸੁਲਟਾ ਲਾਂਗੇ। ਪਰ ਦੂਜੇ ਪਾਸੇ ਜੇ ਦੇਖੀਏ, ਬੀਬੀ ਜਗੀਰ ਕੌਰ ਜਿਹੜੇ ਤਰੀਕੇ ਨਾਲ ਉਹਨਾਂ ਨੇ ਆਵਾਜ਼ ਚੱਕੀ ਹੈ ਤੇ ਇਹਦੇ ਵਿੱਚ ਇੱਕ ਖਦਸ਼ਾ ਹੋਰ ਬਣਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ, ਜਿਹਦੇ ਉੱਤੇ ਹੁਣ ਤੱਕ ਬਾਦਲਾਂ ਦੀ ਪ੍ਰਧਾਨਗੀ ਨੂੰ ਮੰਨਿਆ ਗਿਆ, ਜਿਹਦੇ ਤੇ ਹਮੇਸ਼ਾ ਇਹ ਹੋਇਆ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵੀ ਹਾਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਨੇ ਸਾਰੇ ਦਫ਼ਤਰ ਦੇ ਵਿੱਚ ਬੁਲਾ ਕੇ, ਕਾਰਜਕਾਰੀ ਕਮੇਟੀ ਬੁਲਾ ਕੇ ਤੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਮੈਂ ਪ੍ਰਧਾਨਗੀ ਤੋਂ ਅਸਤੀਫਾ ਦਿੰਨਾ। ਤੇ ਫਿਰ ਉਹਨਾਂ ਦੇ ਆਸ-ਪਾਸ ਹੀ ਜਿਹੜੇ ਉਹਨਾਂ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਰਹੇ ਆ, ਉਹਨਾਂ ਨੇ ਕਿਹਾ ਨਹੀਂ ਪ੍ਰਧਾਨ ਸਾਹਿਬ, ਪ੍ਰਧਾਨ ਸਾਡੇ ਤੁਸੀਂ ਹੋ, ਤੁਸੀਂ ਜ਼ਿੰਮੇਵਾਰੀ ਲਈ ਹੈ ਚੋਣਾਂ ਹਾਰਨ ਦੀ, ਤੇ ਕੋਈ ਗੱਲ ਨਹੀਂ। ਅਗਲੀਆਂ ਚੋਣਾਂ ਫੇਰ ਆਈਆਂ, ਫੇਰ ਇਹੀ ਹੋਇਆ, ਫੇਰ ਆਈਆਂ, ਫੇਰ ਇਹੀ ਹੋਇਆ। ਤੇ ਸੁਖਬੀਰ ਬਾਦਲ ਦਾ ਆਪਦੀ ਪਾਰਟੀ ਨੂੰ ਅਸਤੀਫਾ ਦੇਣਾ ਉਹ ਬੜਾ ਆਮ ਜਿਹਾ ਹੋ ਗਿਆ, ਇਹ ਬੜਾ ਪੈਟਰਨ ਜਿਹਾ ਬਣ ਗਿਆ, ਆਮ ਹੋ ਗਿਆ ਕਿ ਜੀ ਹੋਣਾ ਇਹੀ ਹੈ ਕਿ ਸੁਖਬੀਰ ਬਾਦਲ ਨੇ ਮੀਡੀਆ ਦੇ ਸਾਹਮਣੇ ਆ ਕੇ ਕਹਿਣਾ ਜੀ ਮੈਂ ਅਸਤੀਫਾ ਦਿੰਨਾ, ਤੇ ਬਾਕੀ ਲੋਕਾਂ ਨੇ ਕਹਿਣਾ ਪ੍ਰਧਾਨ ਸਾਹਿਬ ਤੁਹਾਡੀ ਤਾਂ ਜ਼ਰੂਰਤ ਹੀ ਬਹੁਤ ਹੈ ਤੇ ਤੁਸੀਂ ਸਾਨੂੰ ਲੀਡ ਕਰ ਸਕਦੇ ਹੋ, ਤੁਸੀਂ ਆ ਕੇ ਦੁਬਾਰਾ ਬੈਠੋ, ਅਸੀਂ ਤੁਹਾਡਾ ਅਸਤੀਫਾ ਨਹੀਂ ਮਨਜ਼ੂਰ ਕਰਦੇ। ਤੇ ਮਤਲਬ ਆਪ ਹੀ ਅਸਤੀਫਾ ਦੇਣਾ, ਆਪ ਹੀ ਉਹਨੂੰ ਨਾ ਮਨਜ਼ੂਰ ਕਰਨਾ ਤੇ ਆਪ ਹੀ ਫਿਰ ਉਹਨਾਂ ਨੂੰ ਅਹੁਦਾ ਦੇ ਦੇਣਾ, ਇਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਤੇ ਸਮੇਂ-ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਚੋਂ ਬਹੁਤ ਆਵਾਜ਼ਾਂ ਉੱਠੀਆਂ, ਉਹਨਾਂ ਦੇ ਹੀ MLAs ਨੇ, ਉਹਨਾਂ ਦੇ ਪੁਰਾਣੇ ਜਿਹੜੇ ਮੰਤਰੀ ਪਦ ਤੇ ਵੀ ਰਹੇ ਲੋਕ, ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਕੀਤਾ। ਤੇ ਕਾਰਨ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਕਈ ਪਾਰਟੀਆਂ ਨਿਕਲ ਗਈਆਂ। ਸ਼੍ਰੋਮਣੀ ਅਕਾਲੀ ਦਲ ਢੀਂਡਸਾ ਨਿਕਲ ਗਏ ਅਲੱਗ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲ ਗਏ, ਕਿਉਂਕਿ ਇੱਥੇ ਫਿਰ ਚੌਧਰ ਦੀ ਰਾਜਨੀਤੀ ਆ ਗਈ। ਇੱਥੇ
ਇਹ ਰਾਜਨੀਤੀ ਦੇ ਵਿੱਚ ਇਹ ਨਹੀਂ ਹੋਇਆ ਕਿ ਜੀ ਜਿਹਨੂੰ ਜਿਹੜੀ ਜਗ੍ਹਾ ਤੇ ਬਿਠਾਇਆ ਜਾਣਾ ਚਾਹੀਦਾ ਉਹਨੂੰ ਬਿਠਾਇਆ ਜਾਵੇ। ਇੱਥੇ ਇਹ ਹੋਇਆ ਕਿ ਚੌਧਰ ਕਿਹਦੀ ਹੋਊਗੀ, ਕਿ ਕਿਹਨੂੰ ਸਭ ਤੋਂ ਪਹਿਲਾਂ ਕਿਹਦੀ ਗੱਲ ਮੰਨੀ ਜਾਊਗੀ, ਡੋਮੀਨੈਂਸ ਤੇ ਪਾਵਰ ਕਿਹਦੇ ਕੋਲ ਰਹੂਗੀ। ਹੁਣ ਉਹ ਚੀਜ਼ ਦੀ ਜਦੋਂ ਲੜਾਈ ਚੱਲ ਪਈ ਤੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਗਿਆ ਤੇ ਉਹਦਾ ਖਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੇ ਭੁਗਤਿਆ ਜੀ। ਪਿਛਲੀਆਂ 2 ਟਰਮਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ। ਤਾਂ ਇਹਦਾ ਕਾਰਨ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਦੇ ਲੀਡਰਸ ਨੂੰ ਹੀ ਕੌਨਫੀਡੈਂਸ ਦੇ ਪਾ ਰਿਹਾ। ਆਪਦੇ ਲੀਡਰਸ ਨੂੰ ਜੇ ਕੌਨਫੀਡੈਂਸ ਦਿੱਤਾ ਜਾਊਗਾ, ਜੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਤਾਂ ਉਹ ਅੱਗੇ ਆਉਣਗੇ। ਤੇ ਇਹ ਹੋ ਸਕਦਾ ਜਿਵੇਂ ਬੀਬੀ ਜਗੀਰ ਕੌਰ ਨੇ ਆਵਾਜ਼ ਚੱਕੀ ਹੈ ਤੇ ਉਹਨਾਂ ਨੇ ਖਿਲਾਫ ਹੋਣ ਦੀ ਹਿਮਾਕਤ ਕੀਤੀ ਹੈ, ਇਹਦੇ ਨਾਲ ਬਾਕੀ ਲੀਡਰਸ ਆ ਜਿਹੜੇ ਚੁੱਪ ਕਰਕੇ ਬੈਠੇ ਸੀ ਹੁਣ ਤੱਕ, ਹੋ ਸਕਦਾ ਉਹਨਾਂ 'ਚ ਹਿੰਮਤ ਆਵੇ ਤੇ ਹੋ ਸਕਦਾ ਇੱਕ ਅਲੱਗ ਧੜਾ ਬਣ ਜੇ। ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ, ਐਸਜੀਪੀਸੀ ਦੀਆਂ ਚੋਣਾਂ ਤਾਂ ਚਲੋ ਹੋ ਹੀ ਗਈਆਂ, ਐਸਜੀਪੀਸੀ ਚੋਣਾਂ ਦਾ ਨਤੀਜਾ ਕੀ ਆਊਗਾ ਕੀ ਨਹੀਂ ਆਊਗਾ ਉਹ ਬਾਅਦ 'ਚ ਦੇਖਿਆ ਜਾਊਗਾ, ਪਰ ਇਹਦੇ ਨਾਲ ਇੱਕ ਇੰਪੈਕਟ ਜ਼ਰੂਰ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਪਾੜ ਪੈਣੀ ਵਾਜਬ ਹੈ, ਉਹਦੇ ਵਿੱਚ ਪਾੜ ਲਾਜ਼ਮੀ ਪਊਗੀ। ਤੇ ਹੁਣ ਉਹਦੇ ਵਿੱਚ ਹੋ ਸਕਦਾ ਕਿ ਬੀਬੀ ਜਗੀਰ ਕੌਰ ਦੇ ਨਾਲ ਢੀਂਡਸਾ ਗਰੁੱਪ ਮਿਲ ਜੇ ਤੇ ਹੋਰ ਜਿਹੜੇ ਵੀ ਬਾਗੀ ਵਿਧਾਇਕ ਨੇ, ਬਾਗੀ ਜਿਹੜੇ ਪੁਰਾਣੇ ਮੰਤਰੀ ਨੇ, ਬਾਗੀ ਮੈਂਬਰ ਨੇ, ਉਹ ਹੋ ਸਕਦਾ ਇਹਨਾਂ ਦੇ ਦਲ ਦੇ ਵਿੱਚ ਆ ਕੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਧਾਨਗੀ ਤੋਂ ਵੀ ਸੁਖਬੀਰ ਬਾਦਲ ਨੂੰ ਲਾ ਦੇਣ। ਸਰ ਜਿਵੇਂ ਤੁਸੀਂ ਜ਼ਿਕਰ ਕੀਤਾ, ਜਿਵੇਂ ਬੀਬੀ ਜਗੀਰ ਕੌਰ ਨੇ ਆਵਾਜ਼ ਚੱਕੀ ਹੈ ਨਾ ਬਦਲਾਵ ਲਈ, ਤੇ ਲਿਫਾਫੇ ਕਲਚਰ ਤੋਂ ਉੱਠ ਕੇ ਹੁਣ ਫੁੱਲ ਫਲੈਜਡ ਕੰਟੈਸਟ ਹੋ ਰਹੇ ਨੇ, ਇਹ ਜਿਹੜਾ ਬਦਲਾਵ ਹੈ ਇਹ ਕਿਵੇਂ ਪਿਕਚਰ ਚੇਂਜ ਕਰ ਸਕਦਾ ਹੈ ਪੰਜਾਬ ਦੀ ਵੀ ਤੇ ਐਸਜੀਪੀਸੀ ਦੀ ਵੀ? ਦੇਖੋ, ਪੰਜਾਬ ਦੀ ਜਦੋਂ ਵੀ ਗੱਲ ਹੁੰਦੀ ਆ ਤਾਂ ਐਸਜੀਪੀਸੀ ਦੀ ਗੱਲ ਹੋਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਪੰਜਾਬ ਦੀ ਰਾਜਨੀਤੀ ਤੋਂ ਐਸਜੀਪੀਸੀ ਕਦੇ ਪਰੇ ਨਹੀਂ ਹੋਈ। ਐਸਜੀਪੀਸੀ ਸਿੱਖਾਂ ਦੀ ਸੰਸਥਾ ਹੈ ਤੇ ਪੰਜਾਬ ਦੇ ਵਿੱਚ ਸਿੱਖ ਬਹੁਤ ਗਿਣਤੀ ਦੇ ਵਿੱਚ ਨੇ। ਜਦੋਂ ਵੀ ਮੇਨ ਸਟ੍ਰੀਮ ਪੋਲਿਟਿਕਸ ਦੀ ਤੁਸੀਂ ਗੱਲ ਕਰੋਗੇ, ਜਦੋਂ ਆਮ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਆਮ ਰਾਜਨੀਤੀ ਦੇ ਵਿੱਚ ਕੋਈ ਵੀ ਪਾਰਟੀ ਹੋਵੇ, ਹਰ ਪਾਰਟੀ ਨੂੰ ਐਸਜੀਪੀਸੀ ਦੀ ਲੋੜ ਪਊਗੀ ਤੇ ਐਸਜੀਪੀਸੀ ਪੰਜਾਬ ਦੇ ਵਿੱਚ ਵੋਟਾਂ ਨੂੰ ਡੋਮੀਨੇਟ ਕਰਦੀ ਆ। ਇਹ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਹੁਣ ਜਿਹੜੀ ਗੱਲ ਰਹੀ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਜੇ ਇਹ ਬਦਲਾਵ ਆਇਆ ਤਾਂ ਉਹਨਾਂ ਨੇ ਅੱਜ ਹੀ ਬੀਬੀ ਜਗੀਰ ਕੌਰ ਨੇ ਚੋਣਾਂ ਤੋਂ ਠੀਕ ਪਹਿਲਾਂ ਉਹਨਾਂ ਦਾ ਬਿਆਨ ਆਇਆ ਕਿ ਜੇ ਛੁਟਕਾਰਾ ਪਾਉਣਾ, ਜੇ ਤੁਸੀਂ ਇਹੋ ਜਿਹੀ ਪ੍ਰਧਾਨਗੀ ਤੋਂ ਛੁਟਕਾਰਾ ਪਾਉਣਾ, ਇਹੋ ਜਿਹੇ ਦਬਾਅ ਤੋਂ ਛੁਟਕਾਰਾ ਪਾਉਣਾ, ਤਾਂ ਤੁਸੀਂ ਆਪਣੇ ਆਜ਼ਾਦ ਤਰੀਕੇ ਨਾਲ ਵੋਟਾਂ ਪਾਓ, ਆਜ਼ਾਦ ਹੋ ਕੇ ਵੋਟਾਂ ਪਾਓ। ਹਾਂ, ਤੇ ਉਹ ਚੀਜ਼ ਜੇ ਹੋਊਗੀ, ਜੇ ਬਾਈ ਚਾਂਸ ਇਹ ਹੁੰਦਾ ਪੰਜਾਬ ਦੇ ਵਿੱਚ, ਤਾਂ ਇਹਦੇ ਵਿੱਚ ਇਹ ਹੋ ਸਕਦਾ ਕਿ ਪੰਥਕ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਪੰਜਾਬ ਦੀ ਰੀਜਨਲ ਪਾਰਟੀ ਹੈ, ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਕਹਿੰਦੀ ਹੈ, ਉਸ ਪਾਰਟੀ ਦੇ ਜਿਹੜੇ ਲੀਡਰ ਹੈ, ਮੁਖੀ ਆ ਉਸ ਪਾਰਟੀ ਦੇ, ਹੋ ਸਕਦਾ ਕਿ ਉਹ ਚਿਹਰਾ ਵੀ ਬਦਲਿਆ ਜਾਵੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਨਹੀਂ ਕਹਿ ਸਕਦੀ ਕਿ ਸਾਡੇ ਸਾਰੇ ਲੋਕ, ਸਾਡੇ ਸਾਰੇ ਮੈਂਬਰਸ, ਸਾਡੇ ਸਾਰੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੋਕ ਹੈ ਉਹ ਸੁਖਬੀਰ ਸਿੰਘ ਬਾਦਲ ਤੋਂ ਖੁਸ਼ ਨੇ ਜੀ। ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਤੇ ਇਹ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਸਾਰੇ ਖੁਸ਼ ਨਹੀਂ ਹੈਗੇ। ਤਾਂ ਉਸ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਸਮੇਂ-ਸਮੇਂ ਤੇ ਉੱਠਦੀ ਆਈ ਹੈ। ਹੋ ਸਕਦਾ ਕਿ ਇਹਨਾਂ ਚੋਣਾਂ ਤੋਂ ਬਾਅਦ ਉਸ ਲੀਡਰਸ਼ਿਪ ਨੂੰ ਬਦਲਣ ਵਾਸਤੇ ਹੋਰ ਤੇਜ਼ ਗਤੀ ਨਾਲ ਕੰਮ ਹੋਣ ਲੱਗ ਪਏ। ਸਰ ਜਿਵੇਂ ਅਸੀਂ ਸ਼ੋਅ ਦੀ ਸ਼ੁਰੂਆਤ ਕੀਤੀ ਵੀ ਕੌਣ ਚੱਲੂ ਪੰਥ ਦੀ ਰਾਹ, ਤੇ ਜਿਹੜੀ ਪੰਥ ਦੀ ਰਾਹ ਦਾ ਸਫ਼ਰ ਹੈ, ਪੰਥ ਦੀ ਰਾਹ ਕੀ ਹੈ ਤੁਹਾਡੇ ਹਿਸਾਬ ਨਾਲ? ਦੇਖੋ, ਜਿੱਥੇ ਅਸੀਂ ਪੰਥ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਬੀਜ ਲਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਪੰਥ ਨੂੰ ਰਚਾਇਆ, ਇੱਕ ਰੂਪ ਦਿੱਤਾ, ਸਰੂਪ ਦਿੱਤਾ, ਤੇ ਸਾਡੀ ਗਾਈਡੈਂਸ ਦੇ ਲਈ ਹਮੇਸ਼ਾ ਲਈ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਉਹ ਪੰਥ ਜਿਹੜਾ ਬਣਿਆ ਹੋਇਆ ਉਹ ਮਾਨਵਤਾ ਲਈ ਬਣਿਆ, ਸਮੁੱਚੀ ਮਾਨਵਤਾ ਲਈ। ਤੇ ਉਸ ਪੰਥ ਨੂੰ ਸਹੀ ਰਾਹ ਤੇ ਉਸ ਪੰਥ ਨੂੰ ਗਾਈਡ ਕਰਨ ਵਾਸਤੇ, ਉਸ ਪੰਥ ਨੂੰ ਲੀਡ ਕਰਨ ਵਾਸਤੇ ਲੀਡਰ ਸਾਡੇ ਕੋਲ ਸਮੇਂ-ਸਮੇਂ ਤੇ ਆਉਂਦੇ ਨੇ, ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਹੁੰਦੇ ਨੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਰਵੋੱਚ ਸੰਸਥਾ ਹੈ, ਜਿਹਨੂੰ ਅਸੀਂ ਸਿੱਖਾਂ ਦੀ ਪਾਰਲੀਮੈਂਟ ਵੀ ਕਹਿੰਦੇ ਆ। ਤੇ ਜਦੋਂ ਉਹ ਸੰਸਥਾ ਸਾਨੂੰ ਲੀਡ ਕਰੂਗੀ ਤਾਂ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਸਾਡੇ ਲੀਡਰ ਕਿਹੋ ਜਿਹੇ ਨੇ। ਉਹ ਲੀਡਰਾਂ ਦੇ ਵਿੱਚ ਕੀ ਉਹਨਾਂ ਦੇ ਵਿੱਚ ਮਾਇਆ ਦਾ ਮੋਹ ਤਾਂ ਨਹੀਂ ਹੈ ਜੀ? ਜੇ ਉਹ ਉਸੇ ਤਰੀਕੇ ਨਾਲ ਚੌਧਰ ਤੇ ਪ੍ਰਧਾਨਗੀ ਭਾਲਦੇ ਆ ਸਿਰਫ, ਫਿਰ ਤਾਂ ਉਹ ਸਾਡੇ ਲੀਡਰ ਨਹੀਂ। ਐਸਜੀਪੀਸੀ ਸਰਵੋੱਚ ਸੰਸਥਾ ਜਿਵੇਂ ਅਸੀਂ ਦੱਸਿਆ, ਤੇ ਫਾਈਨੈਂਸ਼ੀਅਲੀ ਵੀ ਦੇਖੀਏ ਤਾਂ ਉਹ ਬਹੁਤ ਸਟਰੋਂਗ ਸੰਸਥਾ ਹੈ। ਐਸਜੀਪੀਸੀ ਦੇ ਫੰਡਸ ਹੈ, ਐਸਜੀਪੀਸੀ ਦਾ ਬਜਟ ਹੈ,
ਸਰਕਾਰ ਵਾਂਗੂ ਜਿਵੇਂ ਸਰਕਾਰ ਕੰਮ ਕਰਦੀ ਹੈ ਪੰਜਾਬ ਦੀ ਸਰਕਾਰ, ਉਵੇਂ ਐਸਜੀਪੀਸੀ ਕੰਮ ਕਰਦੀ ਆ। ਸਕੂਲ ਚਲਾਉਂਦੇ ਆ, ਹਸਪੀਟਲਸ ਚਲਾਉਂਦੇ ਆ, ਹੋਰ ਕਈ ਅਦਾਰੇ ਨੇ, ਗੁਰਦੁਆਰਿਆਂ ਦੀ ਦੇਖ ਰੇਖ, ਸਾਂਭ ਸੰਭਾਲ, ਸਿੱਖੀ ਦਾ ਪ੍ਰਚਾਰ ਪ੍ਰਸਾਰ, ਇਹ ਸਾਰਾ ਐਸਜੀਪੀਸੀ ਦੇ ਜ਼ਿੰਮੇ ਆਉਂਦਾ। ਤੇ ਜਦੋਂ ਇਹ ਸਾਰੇ ਕੰਮ ਕਰਨੇ ਆ ਤਾਂ ਪੰਜਾਬ ਨੂੰ ਕਿਹੜੇ ਰਾਹ ਤੇ ਪਾਉਣਾ ਉਹ ਐਸਜੀਪੀਸੀ ਡਿਸਾਈਡ ਕਰ ਸਕਦੀ ਆ। ਪੰਜਾਬ ਦਾ ਰਾਹ ਕਿਹੜਾ ਹੋਣਾ ਚਾਹੀਦਾ, ਪੰਜਾਬ ਦੇ ਲੋਕਾਂ ਦਾ ਰਾਹ ਕਿਹੜਾ ਹੋਣਾ ਚਾਹੀਦਾ, ਉਹ ਐਸਜੀਪੀਸੀ ਡਿਸਾਈਡ ਕਰਦੀ ਹੈ। ਤੇ ਜਦੋਂ ਪੰਥ ਦੀ ਗੱਲ ਕਰਦੇ ਆ ਜੀ, ਤੇ ਪੰਥ ਦੇ ਵਿੱਚ ਸਿੱਖ ਪੰਥ ਇਹੋ ਜਿਹਾ ਜਿਹਦੇ ਵਿੱਚ ਸਾਰਿਆਂ ਨੂੰ ਚਾਰਾਂ ਦਿਸ਼ਾਵਾਂ ਦੇ 4 ਦਰਵਾਜ਼ੇ ਰੱਖੇ ਗਏ ਆ ਜੀ। ਸਾਰੀਆਂ ਹੀ ਜਾਤੀਆਂ, ਸਾਰੇ ਹੀ ਵਰਣ ਤੇ ਸਾਰੇ ਹੀ ਧਰਮ ਜੀ, ਸਭ ਨੂੰ ਉੱਥੇ ਇੱਕ ਸਮਝਿਆ ਗਿਆ, ਸਭ ਨੂੰ ਇੱਕ ਪੰਥ ਚ ਰਲਾਤਾ ਹੈ। ਤਾਂ ਉਹ ਸਭ ਦੇ ਲਈ ਕੀ ਕੰਮ ਹੋ ਸਕਦੇ ਆ, ਕਿਹੜੇ ਕਿਹੜੇ ਕੰਮ ਕੀਤੇ ਜਾ ਸਕਦੇ ਆ, ਸਾਰਿਆਂ ਨੂੰ ਸਿੱਖਿਆ, ਸਹੂਲਤਾਂ, ਸਿਹਤ ਸੇਵਾਵਾਂ ਕਿਵੇਂ ਦਿੱਤੀਆਂ ਜਾ ਸਕਦੀਆਂ, ਇਹ ਸਾਰੇ ਕਾਸੇ ਤੇ ਨਾ ਕੰਮ ਕੀਤਾ ਜਾ ਸਕਦਾ ਜੇ ਲੀਡਰ ਚੰਗੇ ਹੋਣ। ਇਹ ਐਸਜੀਪੀਸੀ ਪ੍ਰੈਜ਼ੀਡੈਂਟ ਕਰ ਸਕਦਾ, ਇਹ ਐਸਜੀਪੀਸੀ ਪ੍ਰੈਜ਼ੀਡੈਂਟ ਵੀ ਕਰ ਸਕਦਾ। ਜ਼ਰੂਰੀ ਨਹੀਂ ਕਿ ਇਕੱਲੇ ਐਸਜੀਪੀਸੀ ਪ੍ਰੈਜ਼ੀਡੈਂਟ ਨੇ ਕਰਨੇ ਆ, ਹੋਰ ਵੀ ਜਥੇਬੰਦੀਆਂ ਨੇ, ਹੋਰ ਵੀ ਸੰਸਥਾਵਾਂ ਨੇ। ਪਰ ਐਸਜੀਪੀਸੀ ਕਿਉਂਕਿ ਸਰਵੋੱਚ ਸੰਸਥਾ ਮੰਨੀ ਜਾਂਦੀ ਹੈ, ਉਹ ਸਾਡੇ ਅਕਾਲ ਤਖਤ ਤੇ ਉੱਥੋਂ ਦੇ ਜਥੇਦਾਰ ਬੈਠਦੇ ਨੇ, ਸਾਡੇ ਹੋਰ ਵੀ ਜਿੰਨੇ ਤਖਤ ਹੈਗੇ ਨੇ, ਉਹ ਤਖਤ ਬਣਾਉਣ ਦਾ ਮੰਤਵ ਇਹੀ ਸੀਗਾ ਕਿ ਅਸੀਂ ਬਾਕੀ ਤਖਤਾਂ ਤੋਂ ਘੱਟ ਨਹੀਂ ਹੈਗੇ, ਅਸੀਂ ਉਹਨਾਂ ਦੇ ਬਰਾਬਰ ਆ ਜਾਂ ਉਹਨਾਂ ਤੋਂ ਵੱਧ ਹੈ। ਸਿੱਖੀ ਦੇ ਵਿੱਚ ਤਖਤ ਬਣਾਉਣਾ, ਤਖਤ ਸਥਾਪਿਤ ਕਰਨੇ, ਮਤਲਬ ਇਹ ਸੀਗਾ ਕਿ ਇੱਥੋਂ ਫੈਸਲੇ ਲਏ ਜਾਣਗੇ, ਇੱਥੋਂ ਆਮ ਲੋਕਾਂ ਦੇ ਜੀਵਨ ਦੇ ਵਿੱਚ ਕੀ ਹੋਊਗਾ ਤੇ ਜੀਵਨ ਨੂੰ ਕਿਹੜੇ ਪਾਸੇ ਲੈ ਕੇ ਜਾਣਾ, ਸਮਾਜ ਨੂੰ ਕੀ ਦੇਣਾ, ਉਹ ਇੱਥੇ ਡਿਸਾਈਡ ਹੋਊਗਾ, ਇੱਥੋਂ ਫੈਸਲੇ ਲਏ ਜਾਣਗੇ ਜੀ। ਤੇ ਉਹ ਫੈਸਲੇ ਲੈਣੇ ਆ ਤਾਂ ਉਹਦੇ ਵਿੱਚ ਸਾਨੂੰ ਹੋਰ ਵੀ ਜਿੰਨੇ ਸਾਡੇ ਪ੍ਰਧਾਨ ਸਾਹਿਬਾਨ ਹੋਣਗੇ, ਜਿੰਨੀਆਂ ਵੀ ਜਥੇਬੰਦੀਆਂ ਹੋਣਗੀਆਂ, ਜਿੰਨੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ, ਉਹ ਸਾਰੀਆਂ ਸੰਸਥਾਵਾਂ ਦਾ ਇੱਕ ਆਪਣਾ ਆਪਣਾ ਸਰੂਪ ਹੈ, ਆਪਣੀ ਆਪਣੀ ਰਿਸਪੌਂਸਿਬਿਲਟੀ ਹੈ। ਐਸਜੀਪੀਸੀ ਕਿਉਂਕਿ ਪ੍ਰਮੁੱਖ ਹੈ, ਐਸਜੀਪੀਸੀ ਨੂੰ ਸਾਰੀਆਂ ਸੰਸਥਾਵਾਂ, ਸਾਰੀਆਂ ਜਥੇਬੰਦੀਆਂ ਹੀ ਐਸਜੀਪੀਸੀ ਦੇ ਅੱਗੇ ਝੁਕਦੀਆਂ ਨੇ, ਐਸਜੀਪੀਸੀ ਦੇ ਮੂਹਰੇ ਉਹਨੂੰ ਸਰਵੋੱਚ ਸਮਝਦੀਆਂ ਨੇ। ਚਾਹੇ ਉਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਅਲੱਗ ਬਣ ਗਈ ਹੋਵੇ, ਚਾਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਅਲੱਗ ਬਣ ਗਈ ਹੋਵੇ, ਪਰ ਉਹ ਵੀ ਅਧੀਨ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਲਬ ਇਹ ਹੈ ਕਿ ਜਿੰਨੇ ਵੀ ਗੁਰਦੁਆਰੇ ਆ ਉਹਨਾਂ ਦਾ ਪ੍ਰਬੰਧਨ ਉਹਨਾਂ ਨੇ ਦੇਖਣਾ, ਤੇ ਨਾਲ ਨਾਲ ਹੁਣ ਜਿੰਨਾ ਸਕੂਲਸ ਐਜੂਕੇਸ਼ਨ ਦਾ ਜਿੰਨਾ ਵੀ ਅਮਲਾ ਜਾਮਾ ਹੈ ਉਹਨੂੰ ਸੰਭਾਲਣਾ ਹੈ। ਤੇ ਉਹਦੇ ਲਈ ਲੀਡਰਸ ਜਿਹੜੇ ਹੋਣਗੇ ਸਾਡੇ, ਉਹ ਕਿਹੜੇ ਤਰੀਕੇ ਦੇ ਹੋਣਗੇ, ਕਿਵੇਂ ਹੋਣਗੇ, ਉਹਨਾਂ ਨੂੰ ਕੀ ਕੰਮ ਕਰਨਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ, ਅੱਜ ਪੰਜਾਬ ਨੂੰ ਵੀ ਜ਼ਰੂਰਤ ਹੈ, ਦੇਸ਼ ਤੇ ਦੁਨੀਆ ਨੂੰ ਵੀ ਜ਼ਰੂਰਤ ਹੈ। ਕਿਉਂਕਿ ਅਸੀਂ ਦੇਖਿਆ ਜਦੋਂ ਵੀ ਕੋਵਿਡ ਦਾ ਟਾਈਮ ਵੀ ਆਇਆ ਸੀ ਤਾਂ ਉਦੋਂ ਸਿਰਫ ਸਿੱਖ ਕਮਿਊਨਿਟੀ ਇਹੋ ਜਿਹੀ ਸੀ ਜਿਨ੍ਹਾਂ ਨੇ ਆਕਸੀਜਨ ਦੇ ਲੰਗਰ ਲਗਾਤੇ ਜੀ, ਤੇ ਐਸਜੀਪੀਸੀ ਦਾ ਵੀ ਵੱਡਾ ਹੱਥ ਸੀ ਉਹਦੇ ਵਿੱਚ ਕਿ ਆਕਸੀਜਨ ਦੇ ਵੀ ਲੰਗਰ ਲਗਾਏ ਗਏ। ਤੇ ਜਦੋਂ ਵੀ ਇਹੋ ਜਿਹੀ ਭੀੜ ਪੈਂਦੀ ਹੈ ਕਿਤੇ ਤਾਂ ਸਿੱਖ ਕਮਿਊਨਿਟੀ ਅੱਗੇ ਹੋ ਕੇ ਕੰਮ ਕਰਦੀ ਹੈ, ਤੇ ਸਿੱਖ ਕਮਿਊਨਿਟੀ ਦੀ ਨੁਮਾਇੰਦਗੀ ਕਰਨ ਲਈ ਸਾਨੂੰ ਲੀਡਰ ਚਾਹੀਦੇ ਸਾਡੇ, ਅੱਛਾ ਸਪੋਰਟ ਚਾਹੀਦਾ, ਅੱਛਾ ਸਾਨੂੰ ਸਪੋਰਟ ਚਾਹੀਦਾ ਹੈ ਲੀਡਰਸ ਦਾ, ਲੀਡਰਸ ਦੀ ਰਾਹ ਦਸੇਰੇ ਸਾਨੂੰ ਚੰਗੇ ਚਾਹੀਦੇ ਆ। ਤੇ ਉਹ ਰਾਹ ਦਸੇਰੇ ਜੇ ਸਾਡੇ ਚੰਗੇ ਹੋਣਗੇ ਤਾਂ ਓਬਵੀਅਸਲੀ ਅਸੀਂ ਆਪੇ ਤਰੱਕੀ ਦੇ ਰਾਹ ਤੇ ਹੋਵਾਂਗੇ। ਅੱਛਾ ਸਰ, ਇਸੇ ਕੰਟੈਸਟ ਦੀ ਗੱਲ ਕਰਦੇ ਹਾਂ, ਕਿਹਾ ਜਾ ਰਿਹਾ ਕਿ ਬੀਬੀ ਜਗੀਰ ਕੌਰ ਨੂੰ ਕਾਫੀ ਲੋਕ ਸਪੋਰਟ ਵੀ ਕਰ ਰਹੇ ਨੇ, ਕਾਫੀ ਅਪੋਜ਼ ਵੀ ਕਰ ਰਹੇ ਨੇ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਬੀਬੀ ਜਗੀਰ ਕੌਰ ਤੇ ਬੀਜੇਪੀ ਦੀ ਮਿਲੀ ਭਗਤ ਹੈ। ਕਿਹਾ ਜਾ ਰਿਹਾ ਕਿ ਬੀਜੇਪੀ ਦਾ ਇਨਡਾਇਰੈਕਟ ਇਸ ਇਲੈਕਸ਼ਨ ਦੇ ਵਿੱਚ ਕੁਝ ਸੇ ਹੈ। ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਤੇ ਉਹ ਜਿਹੜਾ ਧੜਾ ਹੈ ਉਸਨੇ ਆਪਣੇ ਆਪ ਨੂੰ ਕਿਨਾਰਾ ਕਰ ਲਿਆ ਇਸ ਇਲੈਕਸ਼ਨਸ ਤੋਂ। ਇਹ ਪੂਰੇ ਸਿਨਾਰੀਓ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਜੀ, ਸਿਮਰਨਜੀਤ ਸਿੰਘ ਮਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸੀਂ ਕਹਿੰਦੇ ਆ, ਹੁਣ ਮਾਨ ਸਾਹਿਬ ਦਾ ਧੜਾ ਹੈ ਜਿਹੜਾ ਉਹ ਅਲੱਗ ਹੋ ਗਿਆ। ਉਹ ਕਹਿੰਦੇ ਕਿ ਜੀ ਇਹ ਚੋਣਾਂ ਸਿਰਫ ਦਿਖਾਵੇ ਦੀਆਂ ਚੋਣਾਂ, ਦੋਵੇਂ ਏਜੰਸੀਆਂ ਲਈ ਕੰਮ ਕਰ ਰਹੇ, ਦੋਵੇਂ ਕੇਂਦਰ ਸਰਕਾਰ ਲਈ ਕੰਮ ਕਰ ਰਹੇ ਆ। ਹੁਣ ਪਹਿਲਾਂ ਗੱਲ ਇਹ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ, ਉਹਨਾਂ ਨੇ ਮਿਲ ਕੇ ਸਰਕਾਰ ਬਣਾਈ ਸੀ ਬੀਜੇਪੀ ਦੇ ਨਾਲ। ਤੇ ਹੁਣ ਜਿਹੜੀ ਗੱਲ ਹੈ ਉਹ ਹੁਣ ਆਰੋਪ ਲਗਾ ਰਹੇ ਆ ਬੀਬੀ ਜਗੀਰ ਕੌਰ ਤੇ ਕਿ ਉਹ ਬੀਜੇਪੀ ਦੇ ਨਾਲ ਰਲ ਕੇ ਚੱਲ ਰਹੇ ਆ। ਤੇ ਵਿੱਚ ਗੱਲਾਂ ਆਉਂਦੀਆਂ ਕਿ ਜੀ ਲਾਲਪੁਰਾ ਸਾਹਿਬ ਦੇ ਵੀ ਫੋਨ ਆਉਂਦੇ ਆ ਮੈਂਬਰਸ ਨੂੰ, ਤੇ ਕਿਤੋਂ ਕਿਤੋਂ ਛੋਟੀ ਮੋਟੀ ਗੱਲ ਇਹ ਵੀ ਆ ਜਾਂਦੀ ਹੈ ਕਿ ਜੀ ਭਗਵੰਤ ਮਾਨ ਸਾਹਿਬ ਵੀ ਫੋਨ ਕਰ ਰਹੇ ਆ ਐਸਜੀਪੀਸੀ ਮੈਂਬਰਾਂ ਨੂੰ, ਕਿਉਂਕਿ ਪੰਜਾਬ ਸਰਕਾਰ ਉਹਨਾਂ ਦੀ ਹੈ। ਉਹ ਵੀ ਚਾਹੁੰਦੇ ਆ ਕਿ ਐਸਜੀਪੀਸੀ ਤੇ ਜੋ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੋਈਏ। ਤੇ ਈਵਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੀ ਤੇ ਬਾਅਦ ਵੀ ਭਗਵੰਤ ਮਾਨ ਸਾਹਿਬ ਨੇ ਇਹ ਕਈ ਜਗ੍ਹਾ ਸਟੇਟਮੈਂਟਸ ਦਿੱਤੀਆਂ ਕਿ ਇੱਕੋ ਪਰਿਵਾਰ ਨੇ ਐਸਜੀਪੀਸੀ ਤੇ ਕਬਜ਼ਾ ਕੀਤਾ ਹੋਇਆ। ਬਾਦਲ ਪਰਿਵਾਰ ਦੀ ਉਹ ਗੱਲ ਕਰਦੇ ਆ ਹਮੇਸ਼ਾ
ਕਿ ਬਾਦਲ ਪਰਿਵਾਰ ਨੇ ਐਸਜੀਪੀਸੀ ਤੇ ਵੀ ਕਬਜ਼ਾ ਕੀਤਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਕਬਜ਼ਾ ਕੀਤਾ ਹੋਇਆ। ਤੇ ਉਹਦੇ ਖਿਲਾਫ ਜਦੋਂ ਗੱਲਾਂ ਚੱਲਦੀਆਂ ਵਿੱਚੇ ਤੁਸੀਂ ਬੀਜੇਪੀ ਨੂੰ ਸ਼ਾਮਲ ਕਰ ਲੈਂਦੇ ਹੋ, ਵਿੱਚੇ ਆਮ ਆਦਮੀ ਪਾਰਟੀ ਨੂੰ ਸ਼ਾਮਲ ਕਰ ਲੈਂਦੇ ਹੋ, ਵਿੱਚੇ ਕਾਂਗਰਸ ਵੀ ਸ਼ਾਮਲ ਹੋ ਜਾਂਦੀ ਹੈ ਕਿਤੇ ਨਾ ਕਿਤੇ। ਕਾਂਗਰਸ ਤੇ ਵੀ ਪਹਿਲਾਂ ਵੀ ਆਰੋਪ ਲੱਗਦੇ ਰਹੇ ਆ ਕਿ ਜੀ ਉਹਨਾਂ ਨੇ ਐਸਜੀਪੀਸੀ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਂਬਰ ਪੱਟਣ ਦੀ ਕੋਸ਼ਿਸ਼ ਕੀਤੀ, ਜਾਂ ਹੋਰ ਵੀ ਕਈ ਆਰੋਪ ਲੱਗੇ। ਤੇ ਹੁਣ ਜਿਹੜੀ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਬੀਬੀ ਜਗੀਰ ਕੌਰ ਤੇ ਆਰੋਪ ਲੱਗਦੇ ਆ ਕਿ ਉਹ ਬੀਜੇਪੀ ਦੇ ਨਾਲ ਰਲ ਕੇ ਕਰ ਰਹੇ ਆ। ਹੁਣ ਬੀਜੇਪੀ ਦੇ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਰਲਿਆ ਸੀ ਜੀ, ਤੇ ਬੀਬੀ ਜਗੀਰ ਕੌਰ ਕਹਿੰਦੇ ਕਿ ਜੀ ਜਿਹੜੇ ਆਪ ਜਿਨ੍ਹਾਂ ਨੇ ਰਲ ਕੇ ਸਰਕਾਰਾਂ ਚਲਾਈਆਂ, ਜਿਨ੍ਹਾਂ ਨੇ ਕੇਂਦਰ ਦੇ ਵਿੱਚ ਅਹੁਦੇ ਲਏ ਆ, ਕੇਂਦਰ ਦੇ ਵਿੱਚ ਮੰਤਰੀ ਬਣੇ ਆ ਜਿਹੜੇ ਪਰਿਵਾਰ ਦੇ ਲੋਕ, ਉਹ ਮੇਰੇ ਤੇ ਸਵਾਲ ਚੱਕ ਰਹੇ ਆ। ਉਹਨਾਂ ਦਾ ਸਿੱਧਾ ਨਿਸ਼ਾਨਾ ਹਰਸਿਮਰਤ ਕੌਰ ਬਾਦਲ ਤੇ ਸੀ, ਉਹ ਕੇਂਦਰੀ ਮੰਤਰੀ ਰਹੇ ਆ। ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਤੇ ਉਹ ਐਮਪੀ ਸੀ ਪੰਜਾਬ ਵੱਲੋਂ, ਤੇ ਐਮਪੀ ਹੋਣ ਦੇ ਨਾਤੇ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਦਾ ਪਦ ਦਿੱਤਾ ਗਿਆ। ਤੇ ਜਦੋਂ ਇਹ ਗੱਲਾਂ ਹੁੰਦੀਆਂ ਤਾਂ ਆਰੋਪ ਲੱਗ ਰਹੇ ਆ, ਇਧਰੋਂ ਬੀਬੀ ਜਗੀਰ ਕੌਰ ਵੀ ਆਰੋਪ ਲਗਾ ਰਹੇ ਨੇ, ਇਧਰੋਂ ਸੁਖਬੀਰ ਬਾਦਲ ਵੀ ਆਰੋਪ ਲਗਾ ਰਹੇ ਨੇ, ਤੇ ਹੋਰ ਵੀ ਕਈ ਲੋਕ ਨੇ ਜਿਹੜੇ ਇੱਕ ਦੂਜੇ ਤੇ ਆਰੋਪ ਲਾਈ ਜਾਂਦੇ ਆ ਤੇ ਧੜੇ ਬਣ ਗਏ ਆ। ਹੁਣ ਸਿਮਰਨਜੀਤ ਸਿੰਘ ਮਾਨ ਦੇ ਆਰੋਪ ਹੈ, ਉਹ ਜਮਾਂ ਹੀ ਅਲੱਗ ਹੈ। ਉਹ ਕਹਿੰਦੇ ਜੀ ਇਹ ਵੀ ਨਹੀਂ ਠੀਕ, ਉਹ ਵੀ ਨਹੀਂ ਠੀਕ, ਦੋਵੇਂ ਏਜੰਸੀਜ਼ ਲਈ ਕੰਮ ਕਰਦੇ ਆ, ਦੋਵੇਂ ਕੇਂਦਰ ਸਰਕਾਰ ਲਈ ਕੰਮ ਕਰਦੇ ਆ। ਤੇ ਉਹ ਦੋਵੇਂ ਧੜੇ ਕਹਿੰਦੇ ਆ ਕਿ ਸਿਮਰਨਜੀਤ ਸਿੰਘ ਮਾਨ ਉਹ ਏਜੰਸੀਆਂ ਲਈ ਕੰਮ ਕਰਦੇ ਆ, ਪੰਜਾਬ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਆ। ਹੁਣ ਗੱਲ ਇਹ ਆਉਂਦੀ ਹੈ ਕਿ ਜਦੋਂ ਇੰਨੇ ਧੜੇ ਬਣ ਗਏ ਪੰਜਾਬ ਦੇ ਵਿੱਚ, ਇੰਨੇ ਸੈਲਫ ਪ੍ਰੋਕਲੇਮਡ ਲੀਡਰ ਬਣ ਗਏ, ਹਰੇਕ ਹੀ ਕਹਿੰਦਾ ਕਿ ਜੀ ਮੈਂ ਸਿੱਖਾਂ ਦਾ ਰਾਹਨੁਮਾ, ਮੈਂ ਸਿੱਖਾਂ ਨੂੰ ਦੱਸੂਗਾ ਕਿ ਕਿਹੜੇ ਰਾਹ ਤੇ ਚੱਲਣਾ ਜੀ, ਹੈਨਾ। ਜਦੋਂ ਇਹੋ ਜਿਹੀ ਸਿਚੁਏਸ਼ਨ ਆਉਣ ਲੱਗ ਪਏ ਤਾਂ ਫਿਰ ਉਸੇ ਲਈ ਸਾਨੂੰ ਗੁਰੂ ਸਾਹਿਬਾਂ ਨੇ ਦੱਸਿਆ ਸੀਗਾ ਕਿ ਤੁਸੀਂ ਆਪਣਾ ਜਿਹੜਾ ਲੀਡਰ ਹੈ, ਤੁਹਾਡਾ ਲੀਡਰਸ਼ਿਪ ਜਦੋਂ ਨਹੀਂ ਹੈ ਨਾ ਤੁਹਾਡੇ ਕੋਲ, ਜਦੋਂ ਤੁਹਾਡੇ ਕੋਲ ਮਲਟੀਪਲ ਲੀਡਰਸ ਆ ਗਏ ਤੇ ਦਾਅਵੇ ਕਰਨ ਲੱਗ ਪਏ ਕਿ ਅਸੀਂ ਲੀਡਰ ਹਾਂ, ਉਦੋਂ ਤੁਸੀਂ ਰਾਹ ਪੁੱਛਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਜੀ। ਉਦੋਂ ਤੁਸੀਂ ਉਹਨਾਂ ਦੇ ਵਿੱਚ ਜੋ ਲਿਖੇ ਹੋਏ ਸ਼ਬਦ ਹੈ ਉਹਨਾਂ ਨੂੰ ਪੜ੍ਹਨਾ ਤੇ ਉਹਨਾਂ ਨੇ ਤੁਹਾਨੂੰ ਰਾਹ ਦੱਸਣਾ ਕਿ ਕਿਹੜੇ ਰਾਹ ਤੇ ਚੱਲਣਾ ਜੀ। ਹੁਣ ਅਸੀਂ ਉਹ ਪੜ੍ਹਨ ਦੀ ਬਜਾਏ, ਉਹਨਾਂ ਨੂੰ ਸਮਝਣ ਦੀ ਬਜਾਏ, ਅਸੀਂ ਲੱਗਦੇ ਹਾਂ ਉਹਨਾਂ ਲੀਡਰਾਂ ਦੇ ਪਿੱਛੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਜਾਂ ਮੀਡੀਆ ਦੇ ਵਿੱਚ ਬਿਆਨਬਾਜ਼ੀ ਦੇ ਕੇ ਆਪਣੇ ਆਪ ਨੂੰ ਵੱਡਾ, ਆਪਣੇ ਆਪ ਨੂੰ ਸਹੀ, ਆਪਣੇ ਆਪ ਨੂੰ ਸਰਵੋੱਚ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਤੋਂ ਇਲਾਵਾ ਸਰ ਦੇਖ ਲੈਂਦੇ ਹਾਂ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਨੈਕਸਟ ਸੈਗਮੈਂਟ ਦੇ ਵਿੱਚ ਜੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਐਮ ਮਾਨ ਦਾ ਐਲਾਨ, ਆਨੰਦ ਮੈਰਿਜ ਐਕਟ ਹੋਵੇਗਾ ਲਾਗੂ। ਅਨੰਦਪੁਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਐਮ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਮਾਨ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਸੀਐਮ ਮਾਨ ਨੇ ਵੱਡਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ 'ਚ ਆਨੰਦ ਮੈਰਿਜ ਐਕਟ ਪੂਰਨ ਰੂਪ 'ਚ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਭਾਵੇਂ 2016 'ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ, ਜੋ ਹੁਣ ਲਾਗੂ ਕੀਤਾ ਜਾਵੇਗਾ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਨੌਜਵਾਨ ਨੇ ਆਪਣੇ ਵੱਡੇ ਭਰਾ, ਭਤੀਜੇ ਤੇ ਧੀ ਸਣੇ ਕਾਰ ਨਹਿਰ ਵਿੱਚ ਸੁੱਟੀ। ਘਰੇਲੂ ਕਲੇਸ਼ ਤੋਂ ਪਰੇਸ਼ਾਨ ਨੌਜਵਾਨ ਨੇ ਆਪਣੇ ਛੋਟੇ ਭਰਾ, ਭਤੀਜੇ ਤੇ ਆਪਣੇ ਧੀ ਸਣੇ ਕਾਰ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤੀ। ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਬਰਾਮਦ ਹੋ ਗਈਆਂ ਹਨ। ਜਸਵਿੰਦਰ ਸਿੰਘ ਉਰਫ ਰਾਜੂ ਸ਼ਹਿਰ ਦੇ ਮੁਹੱਲਾ ਬੁਦਵਾਰਾ ਵਿੱਚ ਰਹਿੰਦਾ ਸੀ ਤੇ ਟੈਕਸੀ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਕੁਝ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਕਰੀਬ 8 ਦਿਨ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ, ਜੋ ਅਜੇ ਤੱਕ ਵਾਪਸ ਨਹੀਂ ਆਈ। ਇਸ ਕਰਕੇ ਜਸਵਿੰਦਰ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸਨੇ ਆਪਣੇ ਅਪਾਹਜ ਭਰਾ ਹਰਪ੍ਰੀਤ ਉਰਫ ਬੰਟੂ, ਭਰਾ ਦੇ ਬੇਟੇ ਤੇ ਆਪਣੀ ਧੀ ਸਣੇ ਕਾਰ ਨਹਿਰ ਵਿੱਚ ਸੁੱਟ ਦਿੱਤੀ। ਦੇਰ ਸ਼ਾਮ ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਨਹਿਰ ਵਿੱਚੋਂ ਬਰਾਮਦ ਹੋ ਗਈਆਂ ਹਨ। ਏਕੜ ਜ਼ਮੀਨ ਪਿੱਛੇ ਖੂਨੀ ਝੜਪ, ਗੋਲੀ ਲੱਗਣ ਕਾਰਨ ਇੱਕ ਜਣੇ ਦੀ ਮੌਤ। ਅਜਨਾਲਾ ਦੇ ਪਿੰਡ ਹਰੜ ਖੁਰਦ ਵਿਖੇ ਅੱਜ 1 ਏਕੜ ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਖੂਨੀ ਤਕਰਾਰ। ਉਸ ਵਿੱਚ 3 ਬੱਚਿਆਂ ਦੇ ਬਾਪ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਿਸ ਨੇ ਅੱਜ ਖੂਨੀ ਰੂਪ ਧਾਰ ਲਿਆ। ਸੋ ਇਸ ਸਰ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਰਕਾਰੀ ਖਬਰ ਕੀ ਕਹਿੰਦੀ ਹੈ, ਪੜ੍ਹਦੇ ਹਾਂ ਜੀ। 1 ਅਪ੍ਰੈਲ 2020 ਪਿੱਛੋਂ ਜਾਲਸਾਜੀ ਨਾਲ ਰਜਿਸਟਰਡ ਕੀਤੇ 5706 BS4 ਵਾਹਨ ਬਲੈਕਲਿਸਟ ਕੀਤੇ ਲਾਲਜੀਤ ਸਿੰਘ ਭੁੱਲਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਜਾਲਸਾਜੀ ਨਾਲ ਰਜਿਸਟਰਡ ਕੀਤੇ ਗਏ 5706 BS4 ਅਤੇ ਹੋਰਾਂ ਵਾਹਨਾਂ ਜਿਨ੍ਹਾਂ ਦੇ ਟੈਕਸ ਅਤੇ ਦਸਤਾਵੇਜ਼ ਮੁਕੰਮਲ ਨਹੀਂ ਸਨ ਨੂੰ ਬਲੈਕਲਿਸਟ ਕਰ ਦਿੱਤਾ ਹੈ ਅਤੇ ਇਹਨਾਂ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 31 ਮਾਰਚ 2020 ਤੋਂ ਬਾਅਦ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ BS4 ਵਾਹਨ ਦੀ ਰਜਿਸਟ੍ਰੇਸ਼ਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਧੋਖਾਧੜੀ ਕਰਕੇ ਅਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਜਿਨ੍ਹਾਂ ਵਿੱਚੋਂ ਟਰਾਂਸਪੋਰਟ ਵਿਭਾਗ ਨੇ ਹੁਣ ਤੱਕ 5706 ਵਾਹਨ ਦੀ ਸ਼ਨਾਖਤ ਕਰ ਲਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਹਨ ਦੇ ਮਾਲਕਾਂ, ਕੰਪਨੀ ਡੀਲਰਾਂ ਅਤੇ RTA, SDM ਦਫ਼ਤਰਾਂ ਦੇ ਕਲਰਕਾਂ, ਸਹਾਇਕਾਂ, ਅਕਾਊਂਟੈਂਟਾਂ ਅਤੇ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਇੰਜਨ ਨੰਬਰ, ਚਾਸੀ ਨੰਬਰ ਨਾਲ ਵਾਹਨ ਦੇ ਨਿਰਮਾਣ ਵੇਰਵਿਆਂ ਵਿੱਚ ਹੇਰਫੇਰ ਕਰਕੇ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਟੈਕਸ ਚੋਰੀ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਸਮੇਂ ਕਈ ਵਾਹਨ ਡੀਲਰ ਖੁਦ ਨੂੰ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਵਿੱਚ ਰਜਿਸਟਰ ਕਰਵਾਏ ਬਿਨਾਂ ਡੀਲਰਸ਼ਿਪ ਕਰਦੇ ਰਹੇ ਅਤੇ ਅਜਿਹੇ ਵਾਹਨਾਂ ਦੀ ਵੱਡੇ ਪੱਧਰ ਤੇ ਰਜਿਸਟ੍ਰੇਸ਼ਨ ਆਪਣੇ ਨਾਂ ਤੇ ਕਰਕੇ ਸਰਕਾਰ ਨਾਲ ਧੋਖਾਧੜੀ ਕਰਨ ਵਿੱਚ ਸ਼ਾਮਲ ਪਾਏ ਗਏ ਹਨ। ਇੱਥੋਂ ਤੱਕ ਕਿ ਅਜਿਹੇ ਕਈ ਡੀਲਰਾਂ ਨੇ ਜਾਲਸਾਜ਼ੀ ਨਾਲ ਖੁਦ ਨੂੰ NIC ਦੇ ਪੋਰਟਲ ਤੇ ਰਜਿਸਟਰਡ ਕਰਵਾ ਲਿਆ ਸੀ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਕਈ ਵਾਹਨਾਂ ਦੇ ਰਜਿਸਟ੍ਰੇਸ਼ਨ ਸੰਬੰਧੀ ਦਸਤਾਵੇਜ਼ ਅਧੂਰੇ ਪਾਏ ਗਏ ਹਨ। ਸਰ, ਵਹੀਕਲਸ ਦੀ ਰਜਿਸਟ੍ਰੇਸ਼ਨ ਦੇ ਵਿੱਚ ਫਰਾਡ ਕਿੰਨਾ ਕੁ ਆਮ ਹੈ? ਦੇਖੋ ਜੀ, ਪਹਿਲਾਂ ਤਾਂ ਹੁੰਦਾ ਸੀ, ਲੋਕਾਂ ਲਈ ਆਮ ਹੋ ਗਿਆ ਸੀ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਇਹ ਤਾਂ ਉਹ ਵਹੀਕਲਸ ਹੋਣਗੇ ਜਿਹੜੇ ਸਾਹਮਣੇ ਆ ਗਏ, ਪਰ ਕਈ ਵਹੀਕਲ ਪੰਜਾਬ ਦੇ ਵਿੱਚ ਇਹੋ ਜਿਹੇ ਥਾਂ ਰਜਿਸਟਰਡ ਹੋਏ ਹੋਏ ਆ ਜਿਨ੍ਹਾਂ ਦੇ ਡਾਕੂਮੈਂਟ ਵੀ ਨਹੀਂ ਪੂਰੇ, ਜਿਹੜੇ ਪੂਰੇ ਹੋ ਵੀ ਨਹੀਂ ਸਕਦੇ, ਤੇ ਜਿਹੜੇ ਹਦਾਇਤਾਂ ਸਰਕਾਰ ਦੀਆਂ ਉਹ ਵੀ ਨਹੀਂ ਪੂਰੀਆਂ ਕਰਦੇ, ਫਿਰ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਰਹੀ। ਉਹ ਕਾਰਨ ਇਹੀ ਸੀ ਜਿਹੜਾ ਉਹਨਾਂ ਨੇ ਦੱਸਿਆ ਵੀ ਕਿ ਸਰਕਾਰੀ ਮੁਲਾਜ਼ਮ, ਕਲਰਕ ਹੋ ਗਏ, ਅਕਾਊਂਟੈਂਟ ਹੋ ਗਏ, ਜਾਂ ਜਿਹੜੇ ਵੀ ਜਿਨ੍ਹਾਂ ਦੇ ਵੀ ਹੱਥ ਦੇ ਵਿੱਚ ਫਾਈਲਾਂ ਅੱਗੇ ਪਿੱਛੇ ਕਰਨ ਦੀ ਪਾਵਰ ਸੀ, ਉਹਨਾਂ ਨੇ ਕੀਤੀਆਂ। ਉਹਨਾਂ ਨੇ ਪੈਸੇ ਲੈ ਕੇ ਅੱਗੇ ਪਿੱਛੇ ਕਰਕੇ ਫਾਈਲਾਂ ਨੂੰ ਡਾਕੂਮੈਂਟ ਉੱਤੇ ਥੱਲੇ ਕਰਕੇ ਨੰਬਰਸ ਨੂੰ ਬਦਲ ਕੇ ਚੈਸੀ ਨੰਬਰ, ਇੰਜਨ ਨੰਬਰ ਨੂੰ ਮੈਨੂਪੂਲੇਟ ਕਰਕੇ ਉਹਨਾਂ ਨੇ ਰਜਿਸਟ੍ਰੇਸ਼ਨਸ ਕਰਤੀਆਂ। ਤੇ ਹੁਣ ਉਹ ਸਾਰਿਆਂ ਦੀ ਜਾਂਚ ਹੋਊਗੀ ਤੇ ਜਿਹੜਿਆਂ ਨੇ ਵੀ ਹੇਰਾਫੇਰ ਕੀਤੀ ਹੈ ਉਹ ਸਾਰਿਆਂ ਤੇ ਕਾਰਵਾਈ ਹੋਊਗੀ। ਸਰ, ਇਸੇ ਦੇ ਨਾਲ ਹੀ ਅੱਜ ਦੇ ਐਪੀਸੋਡ ਦਾ ਕੰਕਲੂਜਨ ਕੀ ਹੈ ਤੁਹਾਡੇ ਹਿਸਾਬ ਦੇ ਨਾਲ? ਜੀ, ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਵਿਚਾਰ, ਕੌਣ ਪੰਥ ਦਾ ਰਾਹ ਦਸੇਰਾ, ਇਸ ਤੇ ਹੋਵੇ ਤਕਰਾਰ, ਜੇਕਰ ਸਾਰੀਆਂ ਜਥੇਬੰਦੀਆਂ ਸਾਂਭਣ ਜ਼ਿੰਮੇਵਾਰੀ, ਕੌਮ ਦਾ ਕੀ ਭਵਿੱਖ ਹੋਊਗਾ, ਕਰਨੀ ਪਊ ਤਿਆਰੀ, ਕੌਮ ਦਾ ਕੀ ਭਵਿੱਖ ਹੋਊਗਾ, ਕਰਨੀ ਪਊ ਤਿਆਰੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਸੋ ਮੁੱਖ ਖਬਰਾਂ ਦੀ ਸਹੀ ਪੜਤਾਲ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਦੇਖਦੇ ਰਹੋ ਖਬਰਾਂ ਵਿੱਚੋਂ ਖਬਰ। ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।